इस तो पिछले वीडियो ਦੇ ਵਿੱਚ ਅਸੀਂ ਦੋ ਨਿਰਦੇਸ਼ਾਂਕਾਂ ਦੇ ਵਿਚਕਾਰ ਦੂਰੀ ਸੂਤਰ ਦੀ ਵਰਤੋਂ ਕਰਕੇ ਦੂਰੀ ਪਤਾ ਕਰਨੀ ਸਿੱਖੀ ਸੀ। ਇਸ ਲੈਸਨ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਅਸੀਂ ਦੂਰੀ ਸੂਤਰ ਦੀ ਵਰਤੋਂ ਕਿਸ ਤਰ੍ਹਾਂ ਦੇ ਪ੍ਰਸ਼ਨਾਂ ਵਿੱਚ ਕਰ ਸਕਦੇ ਹਾਂ। ਜਿਸ ਤਰ੍ਹਾਂ ਇੱਥੇ 7.1 ਅਭਿਆਸ ਦੇ ਵਿੱਚ ਤੀਜਾ ਪ੍ਰਸ਼ਨ ਤੁਹਾਡੀ ਬੁੱਕ ਦੇ ਵਿੱਚ ਹੈ, ਨਿਰਧਾਰਿਤ ਕਰੋ ਕਿ ਕੀ ਬਿੰਦੂ 8,6, 6,4 ਅਤੇ 3,1 ਸਮਰੇਖੀ ਹਨ ਜਾਂ ਨਹੀਂ। ਤਾਂ ਇਸ ਤਰ੍ਹਾਂ ਦੇ ਪ੍ਰਸ਼ਨ ਜਿੱਥੇ ਸਾਨੂੰ ਤਿੰਨ ਬਿੰਦੂਆਂ ਦੇ ਸਮਰੇਖੀ ਹੋਣ ਬਾਰੇ ਪੁੱਛਿਆ ਜਾਂਦਾ ਹੈ, ਉੱਥੇ ਵੀ ਅਸੀਂ ਦੂਰੀ ਸੂਤਰ ਦੀ ਵਰਤੋਂ ਕਰਦੇ ਹਾਂ। ਇਸ ਤਰ੍ਹਾਂ ਦੇ ਪ੍ਰਸ਼ਨਾਂ ਵਿੱਚ ਅਸੀਂ ਕਿਸ ਤਰ੍ਹਾਂ ਦੂਰੀ ਸੂਤਰ ਲਗਾਉਣਾ ਹੈ, ਆਓ ਸਿੱਖਦੇ ਹਾਂ। ਜਿਹੜੇ ਵੀ ਸਾਨੂੰ ਤਿੰਨ ਬਿੰਦੂ ਦਿੱਤੇ ਹੋਏ ਨੇ, ਅਸੀਂ ਉਹਨਾਂ ਦੇ ਨਾਮ ਰੱਖ ਦਿੰਦੇ ਹਾਂ। ਪਹਿਲੇ ਬਿੰਦੂ ਨੂੰ ਅਸੀਂ ਕਹਿ ਦਿੰਦੇ ਹਾਂ, ਮੰਨ ਲਓ A 8,6, ਦੂਜੇ ਬਿੰਦੂ ਨੂੰ ਅਸੀਂ ਕਹਿ ਦੇਵਾਂਗੇ B 6,4 ਅਤੇ ਤੀਜੇ ਬਿੰਦੂ ਨੂੰ ਅਸੀਂ ਕਹਾਂਗੇ C 3,1। ਇਸ ਤੋਂ ਬਾਅਦ ਅਸੀਂ ਦੂਰੀਆਂ ਪਤਾ ਕਰਾਂਗੇ। ਪਹਿਲੇ ਤੇ ਦੂਜੇ ਬਿੰਦੂ ਦੇ ਵਿਚਕਾਰ ਦੂਰੀ AB, ਫਿਰ ਅਸੀਂ ਦੂਰੀ ਪਤਾ ਕਰਾਂਗੇ ਬਿੰਦੂ B ਅਤੇ C ਦੇ ਵਿਚਕਾਰ BC, ਅਤੇ ਫਿਰ ਅਸੀਂ ਦੂਰੀ ਪਤਾ ਕਰਾਂਗੇ ਬਿੰਦੂ C ਅਤੇ A ਦੇ ਵਿਚਕਾਰ, ਭਾਵ ਦੂਰੀ CA। ਤਾਂ ਅਸੀਂ ਤਿੰਨ ਦੂਰੀਆਂ AB, BC ਅਤੇ CA ਸਭ ਤੋਂ ਪਹਿਲਾਂ ਪਤਾ ਕਰਨੀਆਂ ਹਨ। ਤਾਂ ਇਹ ਦੂਰੀਆਂ ਪਤਾ ਕਰਨ ਲਈ ਅਸੀਂ ਸਟੈਪ ਵਾਈਜ਼ ਚੱਲਾਂਗੇ। ਪਹਿਲਾਂ ਬਿੰਦੂ A ਅਤੇ B ਨੂੰ ਲੈ ਕੇ ਦੂਰੀ AB ਪਤਾ ਕਰਾਂਗੇ। ਤਾਂ ਅਸੀਂ ਲਿਖਦੇ ਹਾਂ ਦੂਰੀ AB, ਇਹ ਬਰਾਬਰ ਹੋਏਗਾ ਵਰਗਮੂਲ, ਹੁਣ A x1 y1 ਹੋਏਗਾ ਅਤੇ B ਸਾਡੇ ਲਈ x2 y2 ਹੋਏਗਾ। ਅਤੇ ਅਸੀਂ x2 ਦੇ ਵਿੱਚੋਂ x1 ਨੂੰ ਮਾਈਨਸ ਕਰਾਂਗੇ, ਤਾਂ x2 ਮਾਈਨਸ x1 ਹੋਲ ਸਕੁਆਇਰ ਪਲੱਸ y2 ਮਾਈਨਸ y1, ਮਤਲਬ ਹੋਇਆ 4 ਮਾਈਨਸ 6 ਸਕੁਆਇਰ। ਇਹ ਲੱਗ ਗਿਆ ਦੂਰੀ ਸੂਤਰ। ਇਸ ਨੂੰ ਅਸੀਂ ਅੱਗੇ ਹੱਲ ਕਰ ਲਵਾਂਗੇ। ਤਾਂ ਇਹ ਸਾਡੇ ਕੋਲ ਆਏਗਾ ਵਰਗਮੂਲ 6 ਚੋਂ 8 ਮਾਈਨਸ ਕੀਤੇ, ਮਾਈਨਸ ਦੇ 2 ਇਸ ਦਾ ਸਕੁਆਇਰ, ਪਲੱਸ 4 ਚੋਂ 6 ਮਾਈਨਸ ਕੀਤੇ, ਇੱਥੇ ਵੀ ਸਾਡੇ ਕੋਲ ਆਇਆ ਮਾਈਨਸ 2 ਇਸ ਦਾ ਸਕੁਆਇਰ। ਇਸ ਨੂੰ ਅੱਗੇ ਹੱਲ ਕਰਦੇ ਹਾਂ। ਇਹ ਸਾਡੇ ਕੋਲ ਬਣ ਗਿਆ ਮਾਈਨਸ 2 ਦਾ ਸਕੁਆਇਰ 4, ਪਲੱਸ ਫਿਰ ਮਾਈਨਸ 2 ਦਾ ਸਕੁਆਇਰ 4, ਤਾਂ ਇਹ ਬਣ ਗਿਆ ਵਰਗਮੂਲ 8। ਮਤਲਬ ਇਸ ਨੂੰ ਅਸੀਂ ਹੱਲ ਕਰੀਏ ਤਾਂ ਇਹ ਬਣ ਗਿਆ 2 ਵਰਗਮੂਲ 2 ਯੂਨਿਟਸ। ਹੁਣ ਜਿਸ ਤਰ੍ਹਾਂ ਅਸੀਂ ਦੂਰੀ AB ਪਤਾ ਕੀਤੀ ਹੈ, ਹੁਣ ਅਸੀਂ ਦੂਰੀ ਪਤਾ ਕਰਾਂਗੇ ਦੂਰੀ BC। ਤਾਂ ਦੂਰੀ BC ਕਿੰਨੀ ਹੋਏਗੀ? ਇੱਥੇ ਵੀ ਅਸੀਂ ਦੂਰੀ ਸੂਤਰ ਲਗਾਵਾਂਗੇ, ਵਰਗਮੂਲ x2 ਮਾਈਨਸ x1। ਹੁਣ ਦੇਖੋ B ਪਹਿਲਾਂ ਆ ਰਿਹਾ ਹੈ, C ਉਸ ਤੋਂ ਬਾਅਦ ਹੈ, ਤਾਂ B ਦੇ ਨਿਰਦੇਸ਼ਾਂਕ x1 y1 ਹੋ ਜਾਣਗੇ, x1 y1, ਅਤੇ C ਦੇ ਨਿਰਦੇਸ਼ਾਂਕ x2 y2 ਹੋ ਜਾਣਗੇ। ਤਾਂ ਅਸੀਂ ਦੂਰੀ ਸੂਤਰ ਲਗਾਉਣ ਲੱਗਿਆਂ ਕਰਾਂਗੇ x2 ਮਾਈਨਸ x1, ਮਤਲਬ 3 ਮਾਈਨਸ 6 ਦਾ ਸਕੁਆਇਰ, ਪਲੱਸ y2 ਮਤਲਬ ਕਿ 1 ਮਾਈਨਸ y1 ਮਤਲਬ 4, ਤਾਂ ਇਹ ਹੋਇਆ 1 ਮਾਈਨਸ 4 ਇਸ ਦਾ ਸਕੁਆਇਰ। ਬਸ ਅਸੀਂ ਦੂਰੀ ਸੂਤਰ ਦਾ ਫਾਰਮੂਲਾ ਆਪਣੇ ਦਿਮਾਗ ਦੇ ਵਿੱਚ ਰੱਖਣਾ ਹੈ, x2 ਮਾਈਨਸ x1 ਹੋਲ ਸਕੁਆਇਰ ਪਲੱਸ y2 ਮਾਈਨਸ y1 ਹੋਲ ਸਕੁਆਇਰ। ਇਸ ਨੂੰ ਅਸੀਂ ਹੱਲ ਕਰ ਲੈਂਦੇ ਹਾਂ। ਇਹ ਬਣ ਗਿਆ ਵਰਗਮੂਲ 3 ਮਾਈਨਸ 6 ਸਾਡੇ ਕੋਲੇ ਹੋਇਆ ਮਾਈਨਸ 3, ਮਾਈਨਸ 3 ਦਾ ਸਕੁਆਇਰ ਪਲੱਸ 1 ਮਾਈਨਸ 4, ਇਹ ਵੀ ਸਾਡੇ ਕੋਲੇ ਹੋਇਆ ਮਾਈਨਸ 3 ਇਸ ਦਾ ਸਕੁਆਇਰ, ਬਰਾਬਰ ਮਾਈਨਸ 3 ਦਾ ਸਕੁਆਇਰ ਸਾਡੇ ਕੋਲ ਆਇਆ, ਪਲੱਸ ਦੇ 9, ਪਲੱਸ ਦਾ ਨਿਸ਼ਾਨ, ਉਸ ਤੋਂ ਬਾਅਦ ਫਿਰ ਮਾਈਨਸ 3 ਦਾ ਸਕੁਆਇਰ, ਇਹ ਵੀ ਸਾਡੇ ਕੋਲ ਆਇਆ ਪਲੱਸ ਦੇ 9। ਤਾਂ ਇਹ ਸਾਡੇ ਕੋਲ ਬਣ ਗਿਆ ਵਰਗਮੂਲ 18। ਵਰਗਮੂਲ 18 ਨੂੰ ਜੇ ਅਸੀਂ ਹੱਲ ਕਰੀਏ ਤਾਂ ਇਹ ਸਾਡੇ ਕੋਲ ਬਣੇਗਾ ਵਰਗਮੂਲ 2 ਗੁਣਾ 3 ਗੁਣਾ 3। ਤਾਂ 3 ਅਤੇ 3 ਦੇ ਜੋੜੇ ਬਣ ਗਏ, ਤਾਂ 3 ਸਾਡੇ ਕੋਲ ਬਾਹਰਲੇ ਪਾਸੇ ਆ ਗਿਆ ਵਰਗਮੂਲ ਤੋਂ ਬਾਹਰ, ਅਤੇ ਬਣ ਗਿਆ 3 ਵਰਗਮੂਲ 2 ਇਕਾਈਆਂ ਯੂਨਿਟਸ। ਹੁਣ ਅਸੀਂ ਦੂਰੀ AB ਪਤਾ ਕਰ ਲਈ, ਦੂਰੀ BC ਪਤਾ ਕਰ ਲਈ, ਅਤੇ ਇਸੇ ਤਰ੍ਹਾਂ ਹੀ ਅਸੀਂ ਦੂਰੀ CA ਪਤਾ ਕਰਾਂਗੇ। ਤਾਂ CA ਦੂਰੀ ਪਤਾ ਕਰਨ ਲਈ ਅਸੀਂ ਫਿਰ ਦੂਰੀ ਸੂਤਰ ਲਗਾਵਾਂਗੇ, ਵਰਗਮੂਲ x2 ਮਾਈਨਸ x1। ਹੁਣ ਦੇਖੋ C ਪਹਿਲਾਂ ਆ ਰਿਹਾ ਹੈ, ਤਾਂ C ਦੇ ਨਿਰਦੇਸ਼ਾਂਕ x1 y1 ਹੋਣਗੇ, ਇਹ ਬਾਅਦ ਵਿੱਚ ਆ ਰਿਹਾ ਹੈ, ਤਾਂ A ਦੇ ਨਿਰਦੇਸ਼ਾਂਕ x2 y2 ਹੋਣਗੇ। ਤਾਂ ਜਦੋਂ ਅਸੀਂ ਦੂਰੀ ਸੂਤਰ ਲਗਾਉਣਾ ਹੈ, ਸਾਨੂੰ ਕਹਿੰਦਾ ਹੈ x2 ਮਾਈਨਸ x1, ਤਾਂ A ਦੇ ਨਿਰਦੇਸ਼ਾਂਕ ਸਾਡੇ ਕੋਲ x2 y2 ਹਨ, ਤਾਂ ਅਸੀਂ 8 ਦੇ ਵਿੱਚੋਂ ਮਾਈਨਸ ਕਰਾਂਗੇ
3 ਤਾਂ x2 माइनस x1 मतलब होया 8 माइनस 3 का स्क्वायर प्लस y2 माइनस y1 तो y2 साढ़े कोले 6 है तो y1 साढ़े कोल 1 है तो यह होएगा 6 माइनस 1 का स्क्वायर। हुण इसनूं असीं हल करदे हां, ये साढ़े कोल बनेगा 8 चों 3 कटे 5 तो यह साढ़े कोले बनिया 5 का स्क्वायर प्लस 6 चों 1 कटे इत्थे भी साढ़े कोल 5 बने, ये बनिया 5 का स्क्वायर। इसनूं असीं अगे हल करते हैं, 5 का स्क्वायर तुहानूं सारिआं नूं पता है, ये साढ़े कोले बन गया 25 प्लस इत्थे भी साढ़े कोल बन गया 25 तो वर्गमूल के अंदर 25 ते 25 नूं असीं प्लस करांगे साढ़े कोले आ गया 50। हुण असीं 50 के अभाज गुणनखंड करके इस वर्गमूल नूं हल करांगे तो साढ़े कोले बनेगा 2 गुणा 5 गुणा 5 तो हुण जोड़े किस दे बन गए 5 दे, तो 5 दे जोड़े बने तो 5 वर्गमूल के बाहर आ गया तो वर्गमूल के अंदर साढ़े कोले रहा 5 वर्गमूल 2 तो ये जिहड़ी सी ये दूरी है ये साढ़े कोले आई 5 वर्गमूल 2 इकाइयां। हुण देखो असीं की देखना है, जदों भी असीं ये फैसला करना होवे कि बिंदु समरेखी हन जां नहीं तो इसका मतलब की हुंदा, इसका मतलब ये हुंदा है कि जिहड़े भी सानूं 3 बिंदु ए बी ते सी दिते हुए ने कि वह इक्को ही सरल रेखा के उत्ते स्थित हैं। इस तरह तो नहीं कि बिंदु ए बी ते सी इस तरह हो, आ जिहड़े उपर मैं 3 बिंदु बनाए हैं ये समरेखी बिंदु नहीं हैं। तो जे तिन्ने बिंदु एक सीध दे विच होण मतलब असीं उन्हां नूं फुटे की सहायता नाल जोड़ सकते होईए तो इस तरह के बिंदुओं नूं असीं समरेखी बिंदु कहते हैं। हुण असीं इत्थे किवें पता करांगे कि बिंदु ए बी सी समरेखी हैं जां नहीं। हुण असीं 3 दूरियां पता कीतियां हैं, दूरी ए बी, दूरी बी सी ते दूरी सी ए। हुण असीं इन्हां दीयां दूरियां दे विच ये देखना है कि कोई भी 2 दूरियां नूं जोड़ के की तीजी दूरी बनती है। तो जे असीं थोड़ा जिहा ध्यान नाल देखीए तो असीं देखांगे कि ए बी जिहड़ा कि 2 वर्गमूल 2 है तो बी सी जिहड़ा कि 3 वर्गमूल 2 है। जे मैं दोनों नूं जोड़ देवां तो मेरे कोल बनदा है 5 वर्गमूल 2 जिहड़ी सी ए दे बराबर की दूरी है। तो असीं लिखांगे ए बी, क्योंकि दा निशान पा के लिखदे हां क्योंकि ए बी प्लस बी सी ये साडे कोले बनिया 2 वर्गमूल 2 प्लस 3 वर्गमूल 2 ये बन गया 5 वर्गमूल 2 तो 5 वर्गमूल 2 की दे बराबर है 5 वर्गमूल 2 सी दे बराबर है ना। तो असीं 5 वर्गमूल 2 की जगह पर लिख सकते हैं सी ए। तो इसका मतलब होया ए बी प्लस बी सी बराबर सी ए दे है। तो इसलिए असीं कहांगे कि दिते गए बिंदु समरेखी हैं। बस हुण जदों भी इस तरह का प्रश्न आवे कि दिते हुए निर्देशांक समरेखी हैं जां नहीं तो असीं हमेशा 3 दूरियां पता करांगे, पहली दूजी बिंदु के विचकार, दूजे ते तीजे बिंदु के विचकार ते तीजे ते पहले बिंदु के विचकार। तो फिर ये देखांगे कि कोई भी 2 दूरियां नूं जोड़ के कि वह तीजी दूरी के बराबर दूरी आउंदी है। जे तो तीजी के बराबर दूरी आ जाती है कोई भी 2 दूरियां नूं जोड़ के तो असीं कहांगे बिंदु समरेखी हैं, नहीं तो बिंदु समरेखी नहीं हैं। इस केस दे विच असीं देखिया कि ए बी ते बी सी नूं जोड़िया तो वह सी ए दे बराबर आया। इसका मतलब यह होया कि बिंदु समरेखी हैं। मैं उम्मीद करता हाँ कि तुहानूं इस तरह के प्रश्न हुण हल करन दे विच कोई भी परेशानी नहीं होएगी। तो जे तुहानूं दूरी सूत्र लगाउणा नहीं आउंदा तो तुसीं इस तो पिछली वीडियो जरूर देखनी है। एक बारी तुहानूं दूरी सूत्र लगाउणा आ गया तो इस वीडियो दे विच जिहड़ा मैं सवाल समझाया तुसीं बड़ी आसानी नाल हल कर सकोगे। थैंक यू।